ਸਭ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਵਿਆਕਰਨ ਦੇ ਅੱਜ ਦੇ ਇਸ ਲੈਕਚਰ ਦੇ ਵਿੱਚ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਦੇ ਵਿੱਚ ਵਿਸ਼ਰਾਮ ਚਿੰਨ੍ਹਾਂ ਬਾਰੇ। ਤੇ ਇਹ ਵੀਡੀਓ ਵੀ ਦੋ ਭਾਗਾਂ ਦੇ ਵਿੱਚ ਹੋਊਗੀ ਕਿਉਂਕਿ ਪੰਜਾਬੀ ਵਿਆਕਰਨ ਦੇ ਵਿੱਚ ਕੁੱਲ 17 ਵਿਸ਼ਰਾਮ ਚਿੰਨ੍ਹ ਜਿਹੜੇ ਉਹ ਵਰਤੇ ਜਾਂਦੇ ਹੈ ਤੇ ਪਹਿਲੇ 6 ਵਿਸ਼ਰਾਮ ਚਿੰਨ੍ਹਾਂ ਬਾਰੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਵੀਡੀਓ ਨੂੰ ਪੂਰੀ ਦੇਖਣ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਵੀ ਗੱਲ ਸਮਝ ਨਹੀਂ ਆਈ ਜਾਂ ਤੁਸੀਂ ਵੀਡੀਓ ਦੇ ਪ੍ਰਤੀ ਕੋਈ ਵੀ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਦੇ ਵਿੱਚ ਦੇ ਸਕਦੇ ਹੋ। ਤੁਹਾਡਾ ਸਵਾਗਤ ਹੈ। ਤੇ ਸ਼ੁਰੂ ਕਰਨ ਲੱਗੇ ਹਾਂ ਅੱਜ ਦੀ ਵੀਡੀਓ। ਵਿਸ਼ਰਾਮ ਚਿੰਨ੍ਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਵਿਸ਼ਰਾਮ ਤੇ ਚਿੰਨ੍ਹ। ਵਿਸ਼ਰਾਮ ਦਾ ਅਰਥ ਹੈ ਠਹਿਰਾਓ, ਆਰਾਮ ਜਾਂ ਰੁਕਾ ਤੇ ਵਿਸ਼ਰਾਮ ਚਿੰਨ੍ਹ ਤੋਂ ਭਾਵ ਹੈ ਉਹ ਚਿੰਨ੍ਹ ਜਿਹੜੇ ਇਸ ਠਹਿਰਾ ਜਾਂ ਆਰਾਮ ਨੂੰ ਪ੍ਰਗਟ ਕਰਦੇ ਨੇ। ਭਾਵ ਵਾਕਾਂ ਦੇ ਵਿੱਚ ਠਹਿਰਾਅ ਨੂੰ ਪ੍ਰਗਟ ਕਰਨ ਵਾਲੇ ਜੋ ਚਿੰਨ੍ਹ ਨੇ ਉਹਨਾਂ ਨੂੰ ਵਿਸ਼ਰਾਮ ਚਿੰਨ੍ਹ ਕਿਹਾ ਜਾਂਦਾ ਹੈ। ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਹੈ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਵਾਕ ਦੇ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਥੋੜ੍ਹੀ ਮੋਟੀ ਵੀ ਕੋਈ ਗਲਤ ਜਿਹੜੀ ਵਰਤੋਂ ਹੋ ਗਈ ਉਸ ਦੇ ਨਾਲ ਪੂਰੇ ਵਾਕ ਦਾ ਜੋ ਸਹੀ ਅਰਥ ਹੈ ਉਹ ਬਿਲਕੁਲ ਵੀ ਬਦਲ ਸਕਦਾ ਹੈ। ਜਿਵੇਂ ਉਦਾਹਰਨ ਦੇ ਕੇ ਤੁਹਾਨੂੰ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਇੱਕ ਵਾਕ ਲਿਖਿਆ ਰੁਕੋ ਨਾ ਜਾਓ, ਤੁਹਾਨੂੰ ਇਸ ਦੇ ਵਿੱਚ ਵਿਸ਼ਰਾਮ ਚਿੰਨ੍ਹ ਲਾਉਣ ਦੇ ਲਈ ਕਿਹਾ ਜਾਂਦਾ ਹੈ ਪਰ ਤੁਸੀਂ ਵਿਸ਼ਰਾਮ ਚਿੰਨ੍ਹ ਕੀ ਲਗਾ ਦਿੱਤਾ, ਰੁਕੋ ਨਾ ਜਾਓ। ਅਸਲ ਦੇ ਵਿੱਚ ਇਹਦਾ ਮਤਲਬ ਕੀ ਬਣ ਗਿਆ ਕਿ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਰੁਕੋ ਨਾ ਭਾਵ ਜਾਓ ਤੇ ਇਹਦੇ ਨਾਲ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਿਹੜਾ ਉਹ ਰੁੱਸ ਸਕਦਾ ਹੈ ਕਿਉਂਕਿ ਤੁਸੀਂ ਉਹਨੂੰ ਘਰੋਂ ਭਜਾਉਣ ਨੂੰ ਜਿਹੜਾ ਉਹ ਫਿਰਦੇ ਹੋ। ਪਰ ਇਹਦੇ ਵਿੱਚ ਸਹੀ ਕੀ ਹੈ, ਜੇਕਰ ਉਹ ਤੁਸੀਂ ਰੋਕ ਰਹੇ ਹੋ ਉਹਨੂੰ ਤਾਂ ਤੁਸੀਂ ਵਿਸ਼ਰਾਮ ਚਿੰਨ੍ਹ ਕਾਮਾ ਕਿੱਥੇ ਲਾਓਗੇ, ਰੁਕੋ ਨਾ ਜਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰਸ਼ਨ ਚਿੰਨ੍ਹ ਕਿਸੇ ਨੂੰ ਪ੍ਰਸ਼ਨ ਪੁੱਛ ਰਹੇ ਹੋ ਉਹ ਵਾਕ ਤੁਸੀਂ ਕਰ ਰਹੇ ਹੋ, ਜਿਵੇਂ ਵਟਸਐਪ ਦਾ ਦੌਰ ਹੈ ਆਪਾਂ ਆਮ ਹੀ ਜਿਹੜੇ ਮੈਸੇਜ ਹੈ ਉਹ ਇੱਕ ਦੂਜੇ ਨੂੰ ਕਰਦੇ ਰਹਿੰਦੇ ਹਾਂ। ਉਹਦੇ ਵਿੱਚ ਜੇ ਮੰਨ ਲਓ ਤੁਸੀਂ ਪੁੱਛਿਆ ਕਿ ਸੈਲਰੀ ਆ ਗਈ, ਤੁਹਾਨੂੰ ਸੈਲਰੀ ਦੀ ਵੇਟ ਹੈ ਪਰ ਅਜੇ ਤੱਕ ਨਹੀਂ ਆਈ, ਕਿਸੇ ਨੇ ਵਿੱਚ ਮੈਸੇਜ ਪਾਇਆ ਕਿ ਸੈਲਰੀ ਆ ਗਈ, ਕੋਈ ਪ੍ਰਸ਼ਨ ਚਿੰਨ੍ਹ ਜਾਂ ਕੁਝ ਵੀ ਇਹਦੇ ਨਾਲ ਕੋਈ ਵਿਸ਼ਰਾਮ ਚਿੰਨ੍ਹ ਨਹੀਂ ਲੱਗਾ ਤਾਂ ਤੁਹਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਊਗਾ ਕਿ ਇਹ ਦੱਸਿਆ ਜਾ ਰਿਹਾ ਹੈ ਜਾਂ ਪੁੱਛਿਆ ਜਾ ਰਿਹਾ ਹੈ। ਤਾਂ ਜੇਕਰ ਕੁਐਸਚਨ ਮਾਰਕ ਲੱਗਾ ਹੋਏਗਾ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਸੈਲਰੀ ਆ ਗਈ, ਪ੍ਰਸ਼ਨ ਪੁੱਛਿਆ ਗਿਆ ਹੈ। ਜੇ ਇਹਦੇ ਨਾਲ ਡੰਡੀ ਲੱਗੀ ਹੋਏਗੀ ਤਾਂ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਕੋਈ ਤੁਹਾਨੂੰ ਦੱਸ ਰਿਹਾ ਹੈ ਕਿ ਤੁਹਾਡੀ ਸੈਲਰੀ ਆ ਚੁੱਕੀ ਹੈ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਹਿਲੇ ਵਿਸ਼ਰਾਮ ਚਿੰਨ੍ਹ ਦੇ ਨਾਲ। ਪਹਿਲਾ ਵਿਸ਼ਰਾਮ ਚਿੰਨ੍ਹ ਕੀ ਹੈ, ਡੰਡੀ। ਡੰਡੀ ਕੀ ਹੈ, ਜਦੋਂ ਵਾਕ ਦੇ ਵਿੱਚ ਪੂਰਨ ਠਹਿਰਾਅ ਨੂੰ ਪ੍ਰਗਟ ਕਰਨਾ ਹੋਵੇ, ਭਾਵ ਇਹ ਸਪਸ਼ਟ ਕਰਨਾ ਹੋਵੇ ਕਿ ਇਸ ਵਾਕ ਦਾ ਅੰਤ ਹੈ ਜਿਹੜਾ ਖਾਤਮਾ ਹੈ ਉਹ ਹੋ ਚੁੱਕਾ ਹੈ, ਇਸ ਤੋਂ ਬਾਅਦ ਇੱਕ ਨਵੇਂ ਵਾਕ ਦੀ ਸਿਰਜਣਾ ਹੈ ਜਿਹੜੀ ਉਹ ਕੀਤੀ ਜਾਣੀ ਹੈ, ਤਾਂ ਉਸ ਵਾਕ ਦੇ ਅੰਤ ਦੇ ਵਿੱਚ ਪੂਰਨ ਠਹਿਰਾਅ ਪ੍ਰਗਟ ਕਰਨ ਦੇ ਲਈ ਡੰਡੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਡੰਡੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਨ ਦੇ ਲਈ ਕੁਝ ਨਿਯਮ ਹੈ ਜਿਹੜੇ ਉਹ ਵਿਆਕਰਨ ਦੇ ਅਧੀਨ ਬਣਾਏ ਗਏ ਹੈ, ਉਹ ਤੁਹਾਨੂੰ ਯਾਦ ਰੱਖਣੇ ਪੈਣਗੇ। ਪਹਿਲਾ ਕੀ ਹੈ ਕਿ ਪ੍ਰਸ਼ਨਵਾਚਕ ਤੇ ਵਿਸਮੈਵਾਚਕ ਵਾਕਾਂ ਦੇ ਵਿੱਚ ਡੰਡੀ ਦੀ ਵਰਤੋਂ ਨਹੀਂ ਹੋਏਗੀ ਕਿਉਂਕਿ ਪ੍ਰਸ਼ਨਵਾਚਕ ਵਾਕਾਂ ਦੇ ਵਿੱਚ ਪ੍ਰਸ਼ਨ ਚਿੰਨ੍ਹ ਦੀ ਤੇ ਵਿਸਮੈਵਾਚਕ ਵਾਕਾਂ ਦੇ ਵਿੱਚ ਵਿਸਮਿਕ ਚਿੰਨ੍ਹ ਦੀ ਵਰਤੋਂ ਹੁੰਦੀ ਹੈ। ਅਗਲਾ ਕੀ ਹੈ, ਕਵਿਤਾ ਦੀ ਤੁਕ ਦੇ ਅੰਤ ਵਿੱਚ ਡੰਡੀ ਦੀ ਵਰਤੋਂ ਹੁੰਦੀ ਹੈ। ਭਾਵ ਕਿਤੇ ਵੀ ਤੁਹਾਨੂੰ ਕੋਈ ਪੈਰਾ ਜਾਂ ਕੋਈ ਲਾਈਨ ਆ ਜਾਂਦੀ ਹੈ ਜਿਹਦੇ ਵਿੱਚ ਕਵਿਤਾ ਦੀਆਂ ਸਤਰਾਂ ਜਾਂ ਤੁਕਾਂ ਲਿਖੀਆਂ ਹੋਈਆਂ ਨੇ ਤਾਂ ਉਸ ਕਵਿਤਾ ਦੇ ਲਾਈਨ ਦੇ ਅੰਤ ਦੇ ਵਿੱਚ ਜਿੱਥੇ ਉਹ ਕਵਿਤਾ ਦੀ ਲਾਈਨ ਪੂਰੀ ਹੋ ਜਾਏਗੀ ਉੱਥੇ ਡੰਡੀ ਦੀ ਵਰਤੋਂ ਕੀਤੀ ਜਾਵੇ। ਇੱਕ ਹੋਰ ਗੱਲ ਹੈ ਜਿਹੜੀ ਉਹ ਖਿਆਲ ਰੱਖਣ ਯੋਗ ਹੈ, ਧਿਆਨ ਰੱਖਣ ਯੋਗ ਹੈ ਕਿ ਜਿੱਥੇ ਵੀ ਗੁਰਬਾਣੀ ਦੀਆਂ ਤੁਕਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹਨਾਂ ਤੁਕਾਂ ਦੇ ਅੰਤ ਦੇ ਵਿੱਚ ਦੋ ਡੰਡੀਆਂ ਦਾ ਇਸਤੇਮਾਲ ਕੀਤਾ ਜਾਊਗਾ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਵਾਲਾ ਕੋਈ ਪੈਰਾ ਆਉਂਦਾ ਜਾਂ ਕੋਈ ਵਾਕ ਆਉਂਦਾ ਹੈ ਤਾਂ ਉੱਥੇ ਖਿਆਲ ਰੱਖਣਾ ਹੈ ਕਿ ਉੱਥੇ ਇੱਕ ਡੰਡੀ ਨਹੀਂ ਦੋ ਡੰਡੀਆਂ ਦੀ ਵਰਤੋਂ ਹੈ ਜਿਹੜੀ ਤੁਸੀਂ ਉਹ ਕਰੋਗੇ। ਇਸ ਤੋਂ ਬਾਅਦ ਅਖੀਰਲਾ ਨਿਯਮ ਕੀ ਹੈ ਕਿ ਪ੍ਰਸ਼ਨਵਾਚਕ ਵਾਕ ਜਦੋਂ ਅਧੀਨ ਉਪਵਾਕ ਵਜੋਂ ਆਵੇ, ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਅਧੀਨ ਉਪਵਾਕ, ਸਵਾਧੀਨ ਉਪਵਾਕ, ਮਿਸ਼ਰਤ ਵਾਕ ਦੇ ਅਧੀਨ ਜਿੱਥੇ ਪ੍ਰਸ਼ਨਵਾਚਕ ਵਾਕ ਹੈ ਜਿਹੜਾ ਉਹ ਅਧੀਨ ਉਪਵਾਕ ਦੇ ਵਿੱਚ ਆ ਜਾਵੇ ਤਾਂ ਉੱਥੇ ਅੰਤ ਦੇ ਵਿੱਚ ਡੰਡੀ ਲੱਗੂਗੀ। ਉਦਾਹਰਨ ਦੇ ਵਿੱਚ ਉਹ ਸਪਸ਼ਟ ਕਰ ਰਹੇ ਹਾਂ, ਜਿਵੇਂ ਮੈਂ ਪੁੱਛਦਾ ਹਾਂ ਕਿ ਸ਼ੀਸ਼ਾ ਕਿਸ ਨੇ ਤੋੜਿਆ ਹੈ, ਤਾਂ ਇੱਥੇ ਅਧੀਨ ਉਪਵਾਕ ਵਜੋਂ ਆਇਆ ਹੈ ਪ੍ਰਸ਼ਨਵਾਚਕ
ਸ਼ੀਸ਼ਾ ਕਿਸਨੇ ਤੋੜਿਆ, ਇਹ ਪ੍ਰਸ਼ਨਵਾਚਕ ਹੈ, ਪਰੰਤੂ ਇੱਥੇ ਅਧੀਨ ਉਪਵਾਕ ਦੇ ਵਜੋਂ ਆਇਆ ਕਿਉਂਕਿ ਮੈਂ ਪੁੱਛਦਾ ਹਾਂ ਕਿਹਦੇ ਅਧੀਨ ਆ ਗਿਆ, ਤਾਂ ਇੱਥੇ ਪ੍ਰਸ਼ਨਵਾਚਕ ਚਿੰਨ੍ਹ ਦੀ ਜਗ੍ਹਾ ਦੇ ਉੱਪਰ ਡੰਡੀ ਹੈ ਜਿਹੜੀ ਉਹ ਲੱਗੇ। ਅੱਗੇ ਦੂਸਰਾ ਵਿਸ਼ਰਾਮ ਚਿੰਨ੍ਹ ਹੈ, ਇਹਦੇ ਵਿੱਚ ਕੀ ਹੈ ਜੀ, ਬਿਲਕੁਲ ਸੌਖਾ ਹੈ ਕਿ ਜਿੱਥੇ ਵੀ ਪੂਰਨ ਵਾਕ ਦੇ ਅਧੀਨ ਪ੍ਰਸ਼ਨ ਪੁੱਛਿਆ ਜਾਵੇਗਾ, ਸਵਾਲ ਪੁੱਛਣ ਵਾਲੇ ਜਿਹੜੇ ਪੂਰਨ ਵਾਕ ਹੋਣਗੇ ਉਹਨਾਂ ਦੇ ਅਖੀਰ ਦੇ ਵਿੱਚ ਪ੍ਰਸ਼ਨ ਚਿੰਨ੍ਹ ਹੈ ਜਿਹੜਾ ਉਹ ਲੱਗੇਗਾ। ਜਿਵੇਂ ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ, ਕੀ ਮੈਂ ਇੱਥੇ ਬੈਠਾ, ਜਾਂ ਕਿਤੇ ਤੁਸੀਂ ਕੋਈ ਹੋਰ ਵੀ ਪ੍ਰਸ਼ਨ ਪੁੱਛ ਰਹੇ ਹੋ ਪਰ ਉਹ ਵਾਕ ਪੂਰਾ ਹੈ, ਪੂਰਨ ਸਪਸ਼ਟ ਪੈਦਾ ਕਰਦਾ ਹੈ, ਪ੍ਰਗਟ ਕਰਦਾ ਹੈ, ਉੱਥੇ ਤੁਸੀਂ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਕਰੋਗੇ। ਇਸ ਤੋਂ ਬਾਅਦ ਤੀਜਾ ਹੈ ਵਿਸਮਿਕ ਚਿੰਨ੍ਹ। ਵਿਸਮਿਕ ਚਿੰਨ੍ਹ ਕੀ ਹੈ, ਇਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? ਇਹਦੀ ਵਰਤੋਂ ਅਲੱਗ-ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਕਿਸੇ ਨੂੰ ਸੰਬੋਧਨ ਕਰਨ ਵੇਲੇ, ਕਿਸੇ ਨੂੰ ਹੈਰਾਨੀ ਨਾਲ ਜਾਂ ਬੁਲਾਉਣ ਦੀ ਸੁਰ ਹੈ ਜਿਹੜੀ ਉਹ ਅਲੱਗ ਤਰੀਕੇ ਦੀ ਹੋਵੇ, ਉਸ ਸਮੇਂ ਕਿਸੇ ਨੂੰ ਸੰਬੋਧਨ ਕਰਨ ਸਮੇਂ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਉਦਾਹਰਨ ਦਿੱਤੀ ਹੈ, ਓਏ ਕਾਕਾ ਇੱਧਰ ਆ, ਤਾਂ ਇਸ ਤੋਂ ਬਾਅਦ ਓਏ ਕਾਕਾ ਤੋਂ ਬਾਅਦ ਸੰਬੋਧਨੀ ਸ਼ਬਦਾਂ ਤੋਂ ਬਾਅਦ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਵੇਗੀ। ਦੂਸਰਾ ਨਿਯਮ ਕੀ ਹੈ, ਜਿਹੜੇ ਵਾਕਾਂ ਦੇ ਵਿੱਚ ਖੁਸ਼ੀ, ਗਮੀ, ਹੈਰਾਨੀ ਜਾਂ ਕੋਈ ਇੱਛਾ ਪ੍ਰਗਟ ਕੀਤੀ ਹੋਵੇ ਉਹਨਾਂ ਵਾਕਾਂ ਦੇ ਵਿੱਚ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਵੇ। ਕੋਈ ਵੀ ਵਾਕ ਅਜਿਹਾ ਤੁਹਾਨੂੰ ਆਉਂਦਾ ਹੈ ਤਾਂ ਤੁਸੀਂ ਇਹਨਾਂ ਵਿਸਮਿਕ ਚਿੰਨ੍ਹਾਂ ਦੀ ਵਰਤੋਂ ਕਰੋਗੇ। ਜਿਵੇਂ ਕਾਸ਼ ਮੈਂ ਤਾਂ ਨਹੀਂ ਹੁੰਦਾ, ਤਾਂ ਕਾਸ਼ ਤੋਂ ਬਾਅਦ ਐਸੇ ਤਰੀਕੇ ਦੇ ਨਾਲ ਹੀ ਵਾਹ ਕਮਾਲ ਹੋ ਗਿਆ, ਵਾਹ ਤੋਂ ਬਾਅਦ ਤੇ ਹੈਰਾਨੀ ਪ੍ਰਗਟ ਕਰਨ ਵਾਲਾ ਹੈ, ਤੇ ਹੈ ਇਹਨਾਂ ਤੋਂ ਬਾਅਦ, ਦੋਨਾਂ ਤੋਂ ਬਾਅਦ ਵਿਸਮਿਕ ਚਿੰਨ੍ਹ ਦੀ ਵਰਤੋਂ। ਅਖੀਰਲਾ ਜਿਹੜਾ ਉਪਵਾਕ ਹੈ ਉਹਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ ਤਾਂ ਇਹ ਕੀ ਹੋਇਆ, ਇਸ ਤੋਂ ਬਾਅਦ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਚੌਥਾ ਹੈ ਕਾਮਾ। ਕਾਮੇ ਦੀ ਵਰਤੋਂ ਕਿਉਂ ਤੇ ਕਿਵੇਂ ਕੀਤੀ ਜਾਂਦੀ ਹੈ, ਇਹਦੇ ਅਧੀਨ ਕਿਹੜੇ ਜਿਹੜੇ ਨਿਯਮ ਹੈ ਉਹ ਬਣਾਏ ਗਏ ਆ। ਜਿਵੇਂ ਕਾਮਾ ਕੀ ਹੈ, ਅਲਪ ਵਿਸ਼ਰਾਮ ਹੈ, ਡੰਡੀ ਪੂਰਨ ਵਿਸ਼ਰਾਮ ਹੈ, ਤੇ ਕਾਮਾ ਅਲਪ ਤੋਂ ਭਾਵ ਅੱਧਾ ਜਾਂ ਥੋੜ੍ਹੇ ਜਿਹੇ ਠਹਿਰਾਅ ਨੂੰ ਪ੍ਰਗਟ ਕਰਨ ਲਈ ਕਾਮੇ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ। ਕਿਹੜੇ ਨਿਯਮ ਨੇ ਕਾਮੇ ਦੀ ਵਰਤੋਂ ਦੇ ਲਈ? ਜਦੋਂ ਵਾਕ ਦੇ ਵਿੱਚ ਇੱਕੋ ਸ਼੍ਰੇਣੀ ਦੇ ਦੋ ਜਾਂ ਦੋ ਤੋਂ ਵੱਧ ਸ਼ਬਦ ਆਏ ਹੋਣ ਤੇ ਉਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਨ ਵਾਸਤੇ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਉਦਾਹਰਨ ਦੇ ਵਿੱਚ ਇੱਕੋ ਸ਼੍ਰੇਣੀ ਦੇ ਭਾਵ ਸ਼ਹਿਰਾਂ ਦੇ ਨਾਮ ਹੈ ਜਿਹੜੇ ਉਹ ਆਏ ਨੇ, ਪਰ ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਨ ਵਾਸਤੇ ਆਪਾਂ ਕਾਮੇ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਹੈ। ਪਰ ਜਦੋਂ ਅਖੀਰਲੀ ਸ਼੍ਰੇਣੀ ਦਾ ਸ਼ਬਦ ਆਵੇਗਾ ਤਾਂ ਉਸ ਤੋਂ ਪਹਿਲਾਂ ਤੇ ਦੀ ਵਰਤੋਂ ਕਰਨੀ ਹੈ, ਉੱਥੇ ਕਾਮੇ ਦੀ ਵਰਤੋਂ ਨਹੀਂ ਹੋਵੇਗੀ। ਦੂਸਰਾ ਨਿਯਮ ਕੀ ਹੈ, ਸੰਬੋਧਕ ਸ਼ਬਦ ਜਾਂ ਸ਼ਬਦਾਂ ਤੋਂ ਪਿੱਛੇ ਕਾਮੇ ਦੀ ਵਰਤੋਂ। ਜੇਕਰ ਵਾਕ ਦੇ ਵਿੱਚ ਕਿਸੇ ਨੂੰ ਸੰਬੋਧਨ ਕਰਨ ਵਾਲਾ, ਇਹ ਆਪਾਂ ਪਹਿਲਾਂ ਵਿਸਮਿਕ ਚਿੰਨ੍ਹ ਦੇ ਵਿੱਚ ਵੀ ਪੜ੍ਹਿਆ ਕਿ ਸੰਬੋਧਨ ਵੇਲੇ ਆਪਾਂ ਵਿਸਮਿਕ ਚਿੰਨ੍ਹ ਦੀ ਵਰਤੋਂ ਕਰਾਂਗੇ, ਪਰ ਜਿਹੜੀ ਸੰਬੋਧਨ ਕਰਨ ਦੀ ਸੁਰ ਹੈ ਉਸ ਤੋਂ ਆਪਾਂ ਅੰਦਾਜ਼ਾ ਲਗਾਉਣਾ ਹੈ ਕਿ ਇੱਥੇ ਵਿਸਮਿਕ ਚਿੰਨ੍ਹ ਆਵੇਗਾ ਜਾਂ ਕਾਮਾ ਆਵੇਗਾ। ਤਾਂ ਇਸ ਦੇ ਵਿੱਚ ਨਾਰਮਲ ਜਿਹੜੀ ਸੁਰ ਹੈ ਉਹ ਬੁਲਾਉਣ ਦੀ ਸੁਰ ਹੈ, ਸੰਬੋਧਨ ਕਰਨ ਦੀ ਸੁਰ ਹੈ। ਜਿਵੇਂ ਪਿਤਾ ਜੀ ਮੈਨੂੰ 2 ਰੁਪਏ ਚਾਹੀਦੇ ਹਨ, ਤਾਂ ਪਿਤਾ ਜੀ ਤੋਂ ਬਾਅਦ ਸੰਬੋਧਨੀ ਸ਼ਬਦ ਤੋਂ ਬਾਅਦ ਆਪਾਂ ਕਾਮੇ ਦੀ ਵਰਤੋਂ ਕਰਾਂਗੇ। ਜੇਕਰ ਇਹ ਹੁੰਦਾ ਪਿਤਾ ਜੀ ਤੁਸੀਂ ਕੀ ਕਰ ਰਹੇ ਹੋ, ਤਾਂ ਉੱਥੇ ਵਿਸਮਿਕ ਚਿੰਨ੍ਹ ਦੀ ਵਰਤੋਂ ਹੋਣੀ ਸੀ। ਐਵੇਂ ਹੀ ਸਾਥੀਓ ਸਾਨੂੰ ਸਭ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ, ਤਾਂ ਸਾਥੀਓ ਸੰਬੋਧਨੀ ਸ਼ਬਦ ਤੋਂ ਬਾਅਦ ਵੀ ਕਾਮੇ ਦੀ ਵਰਤੋਂ ਕੀਤੀ ਜਾਵੇਗੀ। ਤੀਸਰਾ ਨਿਯਮ ਕੀ ਹੈ ਕਾਮੇ ਦੀ ਵਰਤੋਂ ਦਾ, ਜਿੱਥੇ ਯੋਜਕ ਲੁਪਤ ਹੋਣ, ਭਾਵ ਜਿਹੜੇ ਵਾਕਾਂ ਦੇ ਵਿੱਚ 2 ਜਾਂ 2 ਤੋਂ ਵੱਧ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਯੋਜਕਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ, ਉੱਥੇ ਯੋਜਕ ਨਾ ਹੋਣ, ਕਿਤੇ ਵੀ ਤੇ ਅਤੇ ਜਾਂ ਇਸ ਲਈ ਨਹੀਂ ਲੱਗਾ, ਤਾਂ ਉੱਥੇ ਤੁਸੀਂ ਕਿਸ ਦੀ ਵਰਤੋਂ ਕਰੋਗੇ, ਕਾਮੇ ਦੀ ਵਰਤੋਂ ਕਰੋਗੇ। ਜਿਵੇਂ ਇੱਕ ਅਨਾਰ 100 ਬਿਮਾਰ, ਜੇਕਰ ਇਸ ਦੀ ਜਗ੍ਹਾ ਤੇ ਇੱਕ ਅਨਾਰ ਤੇ 100 ਬਿਮਾਰ ਲੱਗਾ ਹੁੰਦਾ ਤਾਂ ਆਪਾਂ ਨੂੰ ਕਾਮੇ ਦੀ ਵਰਤੋਂ ਕਰਨ ਦੀ ਲੋੜ ਨਹੀਂ ਸੀ ਪੈਣੀ, ਪਰੰਤੂ ਇਹ ਉਪਵਾਕ ਬਿਨਾਂ ਯੋਜਕ ਤੋਂ ਸੀ, ਇਸ ਕਰਕੇ ਅਜਿਹੇ ਵਾਕਾਂ ਦੇ ਵਿੱਚ ਆਪਾਂ ਕੀ ਕਰਾਂਗੇ, ਕਾਮੇ ਦੀ ਵਰਤੋਂ ਕਰਾਂਗੇ। ਅਗਲੀ ਉਦਾਹਰਨ ਵੀ ਇਸੇ ਤਰੀਕੇ ਨਾਲ ਸਪਸ਼ਟ ਕਰ ਰਹੀ ਹੈ। ਜਿਵੇਂ ਸਾਰੇ ਦੇਸ਼ ਵਿੱਚ ਮਹਿੰਗਾਈ ਵੱਧ ਰਹੀ ਹੈ, ਚੋਰ ਬਜ਼ਾਰੀ ਦਾ ਅੰਤ ਨਹੀਂ, ਅਮੀਰ ਹੋਰ ਅਮੀਰ ਹੋ ਰਹੇ ਹਨ ਤੇ ਗਰੀਬ ਹੋਰ ਗਰੀਬ। ਤਾਂ ਇਸ ਪੂਰੇ ਵਾਕ ਦੇ ਵਿੱਚ ਵੀ ਅਲੱਗ-ਅਲੱਗ ਉਪਵਾਕਾਂ ਦੇ ਵਿੱਚ ਉਹਨਾਂ ਨੂੰ ਜੋੜਨ ਦੇ ਲਈ ਕਿਸੇ ਵੀ ਤਰ੍ਹਾਂ ਦੇ ਯੋਜਕ ਦੀ ਵਰਤੋਂ ਨਹੀਂ, ਤਾਂ ਉਹਨਾਂ ਦੇ ਵਿੱਚ ਵੀ ਆਪਾਂ ਠਹਿਰਾਓ ਦੇਣ ਦੇ ਲਈ ਕਾਮੇ ਦੀ ਵਰਤੋਂ ਕਰਾਂਗੇ। ਇਸ ਤੋਂ ਬਾਅਦ ਜਿੱਥੇ ਇਹ ਵਾਲੇ ਯੋਜਕ ਜਿਵੇਂ ਸਗੋਂ, ਪਰ,
ਇਸ ਲਈ, ਇਸ ਕਰਕੇ, ਤਾਂ ਵੀ, ਤਾਈਓ, ਇਹ ਵਾਲੇ ਯੋਜਕ ਨਾ ਵਰਤੇ ਗਏ ਹੋਣ ਉੱਥੇ ਵੀ ਆਪਾਂ ਕਾਮੇ ਦੀ ਵਰਤੋਂ ਕਰਾਂਗੇ। ਜਿਵੇਂ ਉਦਾਹਰਨ ਦੇ ਵਿੱਚ ਦਿੱਤਾ ਹੋਇਆ, ਉਹ ਕੇਵਲ ਲਾਲਚੀ ਹੀ ਨਹੀਂ ਸਗੋਂ ਕਮੀਨਾ ਵੀ ਹੈ, ਤਾਂ ਇੱਥੇ ਸਗੋਂ ਯੋਜਕ ਆ ਗਿਆ, ਤਾਂ ਸਗੋਂ ਯੋਜਕ ਤੋਂ ਪਹਿਲਾਂ ਵੀ ਆਪਾਂ ਕਾਮੇ ਦੀ ਵਰਤੋਂ ਕਰਾਂਗੇ। ਅਗਲਾ ਹੈ ਵਾਕ ਦੇ ਆਰੰਭ ਵਿੱਚ ਆਏ ਹਾਂ ਜੀ, ਨਹੀਂ, ਨਹੀਂ ਜੀ, ਜਾਂ ਅੱਛਾ ਜੀ, ਇਹੋ ਜਿਹੇ ਜਿਹੜੇ ਸ਼ਬਦ ਆਉਂਦੇ ਹੈ ਉਹਨਾਂ ਦੇ ਨਾਲ ਵੀ ਆਪਾਂ ਉਸ ਤੋਂ ਤੁਰੰਤ ਬਾਅਦ ਕਾਮੇ ਦੀ ਵਰਤੋਂ ਕਰਾਂਗੇ। ਜਿਵੇਂ ਹਾਂਜੀ, ਫਿਰ ਕੀ ਹੋਇਆ, ਅੱਗੇ ਕੁਐਸਚਨ ਪੁੱਛਿਆ ਗਿਆ, ਪ੍ਰਸ਼ਨ ਪੁੱਛਿਆ ਗਿਆ ਤਾਂ ਪ੍ਰਸ਼ਨਵਾਚਕ ਚਿੰਨ੍ਹ, ਤੇ ਹਾਂਜੀ ਤੋਂ ਬਾਅਦ ਕਾਮੇ ਦੀ ਵਰਤੋਂ ਜਿਹੜੀ ਕੀਤੀ ਗਈ ਹੈ। ਇਸੇ ਤਰੀਕੇ ਨਾਲ ਅਗਲੇ ਵਾਕ ਦੇ ਵਿੱਚ ਹੈ, ਨਹੀਂ ਜੀ, ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ, ਇਹ ਪੂਰਨ ਵਾਕ ਹੋ ਗਿਆ। ਪੂਰਨ ਠਹਿਰਾ ਦੇ ਲਈ ਡੰਡੀ ਦੀ ਵਰਤੋਂ ਕੀਤੀ ਗਈ ਹੈ, ਤੇ ਨਹੀਂ ਜੀ ਤੋਂ ਬਾਅਦ ਇੱਥੇ ਕਾਮੇ ਦੀ ਵਰਤੋਂ ਜਿਹੜੀ ਆ ਉਹ ਕੀਤੀ ਗਈ ਹੈ। ਅਗਲਾ ਨਿਯਮ ਕੀ ਹੈ, ਜਦੋਂ ਵਾਕ ਦਾ ਕਰਤਾ ਲੰਮਾ ਹੋ ਜਾਵੇ, ਭਾਵ ਜੋ ਵਾਕ ਦੇ ਵਿੱਚ ਕਰਤਾ ਹੈ, ਜੋ ਕੰਮ ਕਰ ਰਿਹਾ ਹੈ, ਉਹ ਇੱਕ ਵਾਕੰਸ਼ ਦਾ ਰੂਪ ਧਾਰਨ ਕਰ ਲਵੇ, ਬਹੁਤ ਜ਼ਿਆਦਾ ਲੰਬਾ ਹੋ ਜਾਵੇ, ਤਾਂ ਉਸ ਦੇ ਅਖੀਰ ਦੇ ਵਿੱਚ ਵੀ ਕਾਮਾ ਲਗਾਇਆ ਜਾਂਦਾ ਹੈ। ਜਿਵੇਂ ਉਦਾਹਰਨ ਦੇ ਵਿੱਚ ਵਾਕ ਦਿੱਤਾ ਹੋਇਆ, ਬਾਜ਼ਾਰ ਵਿੱਚ ਰੇਹੜੀ ਵਾਲਿਆਂ ਦਾ ਰੌਲਾ ਰੱਪਾ। ਇਹਦੇ ਵਿੱਚ ਕਰਤਾ ਕੀ ਹੈ, ਰੇਹੜੀ ਵਾਲਿਆਂ ਦਾ ਰੌਲਾ ਰੱਪਾ, ਪਰ ਇਹ ਇੱਕ ਬਹੁਤ ਵੱਡਾ ਵਾਕੰਸ਼ ਬਣ ਗਿਆ, ਤਾਂ ਇਸੇ ਕਰਕੇ ਇਸ ਤੋਂ ਬਾਅਦ ਆਪਾਂ ਕਾਮੇ ਦੀ ਵਰਤੋਂ ਕਰਾਂਗੇ। ਸਭ ਦਾ ਸਿਰ ਖਾ ਰਿਹਾ। ਇਸ ਤੋਂ ਬਾਅਦ ਅਗਲਾ ਨਿਯਮ ਕੀ ਹੈ, ਜਦੋਂ ਕਿਸੇ ਵਾਕ ਵਿੱਚ ਅਨੁਕਰਮੀ ਸ਼ਬਦ ਵਰਤੇ ਹੋਣ ਤਾਂ ਉਹਨਾਂ ਤੋਂ ਪਹਿਲਾਂ ਤੇ ਮਗਰੋਂ ਕਾਮੇ ਦੀ ਵਰਤੋਂ ਹੁੰਦੀ ਹੈ। ਅਨੁਕਰਮੀ ਸ਼ਬਦ ਕਿਹੜੇ ਹੁੰਦੇ ਨੇ, ਉਦਾਹਰਨ ਦੇ ਵਿੱਚ ਜਿਵੇਂ ਦਿੱਤੇ ਹੋਏ ਆ, ਸਾਰੇ ਅਧਿਆਪਕ ਤੇ ਵਿਦਿਆਰਥੀ, ਹੈਡਮਾਸਟਰ ਸਤਨਾਮ ਸਿੰਘ। ਅਨੁਕਰਮੀ ਸ਼ਬਦ ਉਹ ਹੁੰਦੇ ਨੇ ਜਿਹੜੇ ਇੱਕੋ ਸਮਾਨ ਹੋਣ, ਇੱਕੋ ਜਿਹੇ ਹੋਣ, ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਸਾਰੇ ਅਨੁਕਰਮੀ ਸ਼ਬਦ ਨੇ। ਕਰਮ ਹੈ ਜਿਹੜਾ ਉਹ ਵੀ ਕਰਤਾ ਵਰਗਾ ਹੈ, ਤੇ ਕਰਤਾ ਹੈ ਜਿਹੜਾ ਉਹ ਵੀ ਕਰਮ ਵਰਗਾ ਹੈ। ਤਾਂ ਅਨੁਕਰਮੀ ਸ਼ਬਦ ਸਕੂਲ ਦੇ ਸਾਰੇ ਅਧਿਆਪਕ ਤੇ ਵਿਦਿਆਰਥੀ, ਇਹ ਅਨੁਕਰਮੀ ਸ਼ਬਦ ਤੋਂ ਬਾਅਦ, ਤੇ ਹੈਡਮਾਸਟਰ ਸਤਨਾਮ ਸਿੰਘ ਇਹਦੇ ਤੋਂ ਪਹਿਲਾਂ ਵੀ ਕੰਮ ਆ ਗਿਆ, ਤੇ ਇਹਨਾਂ ਤੋਂ ਬਾਅਦ ਹੈ ਜਿਹੜਾ ਉਹ ਕੰਮ ਆ ਗਿਆ। ਦੇ ਮਗਰ ਹੱਥ ਧੋ ਕੇ ਪੈ ਗਏ। ਅਜਿਹੇ ਵਾਕਾਂ ਦੇ ਵਿੱਚ ਅਨੁਕਰਮੀ ਸ਼ਬਦਾਂ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਨਿਯਮ ਕੀ ਹੈ, ਜਦੋਂ ਮਿਸ਼ਰਤ ਵਾਕ ਵਿੱਚ ਉਪਵਾਕ ਨਾਲ ਕੇ ਤਾਂ ਜੋ ਯੋਜਕ ਨਾ ਹੋਣ, ਭਾਵ ਤੁਹਾਡੇ ਸਾਹਮਣੇ ਕੋਈ ਵੀ ਮਿਸ਼ਰਤ ਵਾਕ ਹੋਵੇ ਪਰੰਤੂ ਉਹਨਾਂ ਉਪਵਾਕਾਂ ਨੂੰ ਜੋੜਨ ਵਾਸਤੇ ਕੋਈ ਵੀ ਯੋਜਕ ਨਾ ਲੱਗਾ ਹੋਵੇ, ਤਾਂ ਉਹਨਾਂ ਤੋਂ ਪਹਿਲਾਂ ਵੀ ਆਪਾਂ ਇੱਕ ਉਪਵਾਕ ਤੋਂ ਬਾਅਦ ਕਾਮੇ ਦੀ ਵਰਤੋਂ ਕਰਾਂਗੇ। ਜਿਵੇਂ ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸੱਚਾਈ ਦੀ ਜਿੱਤ ਹੁੰਦੀ ਹੈ। ਜੇਕਰ ਇਹ ਵਾਕ ਤੁਹਾਨੂੰ ਬਿਨਾਂ ਕਾਮੇ ਤੋਂ ਆਇਆ ਹੁੰਦਾ, ਤਾਂ ਤੁਸੀਂ ਕੀ ਕਰਨਾ ਹੈ, ਸਭ ਚੰਗੀ ਤਰ੍ਹਾਂ ਜਾਣਦੇ ਹਨ ਤੋਂ ਬਾਅਦ ਕਾਮਾ ਲਗਾ ਕੇ ਇਸ ਵਾਕ ਦੇ ਅਰਥ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਨਾ ਹੈ। ਇਸ ਤੋਂ ਬਾਅਦ ਜਦੋਂ ਕਿਸੇ ਵਾਕ ਵਿੱਚ ਇਹੋ ਜਿਹੇ ਵਾਕੰਸ਼ ਜਾਂ ਉਪਵਾਕ ਵਰਤੇ ਜਾਣ ਤੇ ਉਹਨਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਜਦੋਂ ਕਿਸੇ ਵਾਕ ਦੇ ਵਿੱਚ ਕੋਈ ਇੱਕੋ ਜਿਹੇ ਵਾਕੰਸ਼, ਭਾਵ ਇੱਕੋ ਤਰ੍ਹਾਂ ਦੇ ਵਾਕੰਸ਼, ਇੱਕੋ ਜਿਹੀ ਸ਼੍ਰੇਣੀ ਵਾਲੇ ਵਾਕੰਸ਼ ਜਾਂ ਉਪਵਾਕ ਵਰਤੇ ਜਾਣਗੇ ਤੇ ਉਹਨਾਂ ਨੂੰ ਜੋੜਨ ਵਾਸਤੇ ਕੋਈ ਵੀ ਯੋਜਕ ਨਾ ਲੱਗਾ ਹੋਵੇ, ਤਾਂ ਇਹਨਾਂ ਹਰ ਵਾਕੰਸ਼ਾਂ ਤੇ ਉਪਵਾਕਾਂ ਤੋਂ ਮਗਰੋਂ ਕਾਮੇ ਦੀ ਵਰਤੋਂ ਕੀਤੀ ਜਾਵੇਗੀ। ਜਿਵੇਂ ਇਸ ਵਾਕ ਦੇ ਵਿੱਚ ਰਾਮ ਦੇ ਘਰ ਦੀਆਂ ਜੋ ਵਿਸ਼ੇਸ਼ਤਾਵਾਂ ਨੇ ਉਹ ਦੱਸੀਆਂ ਗਈਆਂ ਨੇ, ਤੇ ਇਹਨਾਂ ਦੇ ਵਿਚਕਾਰ ਕੋਈ ਵੀ ਯੋਜਕ ਨਹੀਂ ਲੱਗਾ, ਅਤੇ ਨਹੀਂ ਲੱਗਾ 15 ਫੁੱਟ ਚੌੜਾ ਅਤੇ 20 ਫੁੱਟ ਉੱਚਾ ਹੈ, ਤਾਂ ਇਹਨਾਂ ਨੂੰ ਆਪਾਂ ਨਿਖੇੜਨ ਵਾਸਤੇ ਇੱਕ ਦੂਜੇ ਨਾਲੋਂ ਕੀ ਕਰਾਂਗੇ, ਕਾਮੇ ਦੀ ਵਰਤੋਂ ਕਰਾਂਗੇ। ਅੱਗੇ ਜਦੋਂ ਵਾਕ ਵਿੱਚ ਸ਼ਬਦਾਂ ਦੇ ਜੋੜੇ ਜਾਂ ਸਮਾਸੀ ਸ਼ਬਦ ਵਰਤੇ ਜਾਣ, ਜਦੋਂ ਕਿਸੇ ਵੀ ਵਾਕ ਦੇ ਵਿੱਚ ਸਮਾਸੀ ਸ਼ਬਦ ਵਰਤੇ ਜਾਣਗੇ ਜਾਂ ਦੋ ਜੋੜੇ ਸ਼ਬਦਾਂ ਦੇ ਵਰਤੇ ਜਾਣਗੇ, ਉਹਨਾਂ ਦੇ ਵਿੱਚ ਵੀ ਕਾਮੇ ਦੀ ਵਰਤੋਂ ਕੀਤੀ ਜਾਵੇਗੀ, ਤੇ ਉਹਨਾਂ ਨੂੰ ਜੋੜਨ ਵਾਸਤੇ ਕੋਈ ਵੀ ਯੋਜਕ ਨਹੀਂ ਹੋਊਗਾ, ਤਾਂ ਉਹਨਾਂ ਦੇ ਵਿੱਚ ਕਾਮੇ ਦੀ ਵਰਤੋਂ ਕੀਤੀ ਜਾਵੇਗੀ। ਜਿਵੇਂ ਭਾਰਤੀ ਸੰਵਿਧਾਨ ਵਿੱਚ ਊਚ ਨੀਚ, ਜਾਤ ਪਾਤ, ਤੇ ਅਖੀਰਲੇ ਦੇ ਨਾਲ ਆਪਾਂ ਅਤੇ ਦੀ ਵਰਤੋਂ ਕਰਾਂਗੇ। ਤਾਂ ਊਚ ਨੀਚ, ਜਾਤ ਪਾਤ ਅਤੇ ਅਮੀਰ ਗਰੀਬ ਦਾ ਭੇਦਭਾਵ ਨਹੀਂ। ਅਗਲਾ ਨਿਯਮ ਕੀ ਕਹਿ ਰਿਹਾ ਹੈ ਕਿ ਜਦੋਂ ਕਿਸੇ ਨਾਮ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਭਾਵ ਕੋਈ ਵਾਕ ਇਹੋ ਜਿਹਾ ਹੈ ਜਿਹਦੇ ਵਿੱਚ ਕਿਸੇ ਨਾਮ ਦੇ ਬਹੁਤ ਸਾਰੇ ਵਿਸ਼ੇਸ਼ਣ ਹੋਣਗੇ ਤੇ ਅਖੀਰਲੇ ਦੋਹਾਂ ਵਿਸ਼ੇਸ਼ਣਾਂ ਵਿਚਕਾਰ ਕਾਮੇ ਦੀ ਥਾਂ ਤੇ ਅਤੇ ਲਗਾ ਕੇ, ਜਿਵੇਂ ਆਪਾਂ ਉੱਪਰ ਗੱਲ ਕਰ ਚੁੱਕੇ ਹਾਂ, ਅਤੇ ਜਾਂ ਲਗਾ ਕੇ ਆਪਾਂ ਕੀ ਕਰਾਂਗੇ,
ਕਾਮੇ ਦੀ ਵਰਤੋਂ ਕਰਾਂਗੇ। ਜਿਵੇਂ ਇਹਦੇ ਵਿੱਚ ਨਾਮ ਹੈ ਸੁਦੇਸ਼ ਕੁਮਾਰ, ਤੇ ਇਹਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ ਨੇ ਕਿ ਸੁਦੇਸ਼ ਕੁਮਾਰ ਬਲੈਕ ਕਰਨ ਵਾਲਾ, ਹੇਰਾ ਫੇਰੀ ਕਰਨ ਵਾਲਾ, ਜੂਆ ਖੇਡਣ ਵਾਲਾ, ਦੜੇਬਾਜ਼ ਅਤੇ ਮਿੱਤਰ ਮਾਰ ਹੈ। ਤਾਂ ਅਖੀਰਲੇ ਸ਼੍ਰੇਣੀ ਦੇ ਇੱਕੋ ਜਿਹੇ ਵਿਸ਼ੇਸ਼ਣਾਂ ਜਾਂ ਸ਼ਬਦਾਂ ਦੇ ਵਿੱਚ ਆਪਾਂ ਅਤੇ ਲਗਾਇਆ, ਤੇ ਉਸ ਤੋਂ ਪਹਿਲਾਂ ਅਲੱਗ-ਅਲੱਗ ਵਿਸ਼ੇਸ਼ਣਾਂ ਤੋਂ ਬਾਅਦ ਆਪਾਂ ਕਾਮੇ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਹੈ। ਅਖੀਰਲਾ ਨਿਯਮ ਕੀ ਹੈ ਕਾਮੇ ਦੀ ਵਰਤੋਂ ਕਰਨ ਵਾਲਾ? ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿੱਚ ਲਿਖਣ ਤੋਂ ਪਹਿਲਾਂ, ਭਾਵ ਜਦੋਂ ਕੋਈ ਕਿਸੇ ਦੀ ਕਹੀ ਗੱਲ ਨੂੰ ਆਪਾਂ ਇਨਵਰਟਡ ਕਾਮਿਆਂ ਦੇ ਵਿੱਚ, ਪੁੱਠੇ ਕਾਮਿਆਂ ਦੇ ਵਿੱਚ ਲਿਖਦੇ ਹਾਂ, ਉਹਨਾਂ ਪੁੱਠੇ ਕਾਮਿਆਂ ਦੇ ਵਿੱਚ ਉਪਵਾਕ ਨੂੰ ਲਿਖਣ ਤੋਂ ਪਹਿਲਾਂ ਵੀ ਆਪਾਂ ਕਾਮੇ ਦੀ ਵਰਤੋਂ ਕਰਦੇ ਹਾਂ। ਜਿਵੇਂ ਸੁਰਜੀਤ ਨੇ ਕਿਹਾ, ਇਹ ਆਪਾਂ ਇਨਵਰਟਡ ਕਾਮਿਆਂ ਦੇ ਵਿੱਚ, ਪੁੱਠੇ ਕਾਮਿਆਂ ਦੇ ਵਿੱਚ ਲਿਖਣ ਤੋਂ ਪਹਿਲਾਂ ਕਾਮੇ ਦੀ ਵਰਤੋਂ ਕਰਾਂਗੇ। ਇਸ ਤੋਂ ਬਾਅਦ ਅਗਲਾ ਜਿਹੜਾ ਵਿਸ਼ਰਾਮ ਚਿੰਨ੍ਹ ਹੈ ਪੰਜਾਬੀ ਵਿਆਕਰਨ ਦਾ, ਉਹ ਹੈ ਬਿੰਦੀ ਕਾਮਾ। ਬਿੰਦੀ ਪਾ ਕੇ ਨਾਲ ਨੀਚੇ ਉਹਦੇ ਨਾਲ ਕਾਮਾ ਲੱਗਿਆ ਹੋਵੇਗਾ। ਤਾਂ ਇਸ ਦੀ ਵਰਤੋਂ ਕਦੋਂ ਕੀਤੀ ਜਾਵੇਗੀ? ਜਦੋਂ ਕਹਿੰਦੇ ਵਾਕ ਦੇ ਵਿੱਚ ਕਾਮੇ ਦੇ ਨਾਲੋਂ ਵੱਧ ਠਹਿਰਾਅ ਹੋਵੇ, ਭਾਵ ਕਾਮਾ ਕੀ ਸੀ? ਅਲਪ ਵਿਸ਼ਰਾਮ ਸੀ, ਘੱਟ ਠਹਿਰਾਅ ਵਾਲਾ। ਪਰ ਜਦੋਂ ਕਿਸੇ ਵਾਕ ਦੇ ਵਿੱਚ ਵੱਧ ਠਹਿਰਾਅ ਦਿੱਤਾ ਗਿਆ ਹੈ ਤਾਂ ਉਸ ਸਮੇਂ ਕਾਮੇ ਦੀ ਜਗ੍ਹਾ ਤੋਂ ਬਿੰਦੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦੇ ਲਈ ਕਿਹੜੇ-ਕਿਹੜੇ ਨਿਯਮ ਨੇ? ਸਭ ਤੋਂ ਪਹਿਲਾ ਨਿਯਮ ਹੈ, ਜਦੋਂ ਕਿਸੇ ਗੱਲ ਨੂੰ ਸਮਝਾਉਣ ਦੇ ਲਈ ਉਦਾਹਰਨ ਦੇਣੀ ਹੋਵੇ, ਭਾਵ ਕਿਸੇ ਨੂੰ ਉਦਾਹਰਨ ਦੇ ਕੇ ਆਪਾਂ ਗੱਲ ਸਮਝਾਉਣੀ ਹੋਵੇ ਤਾਂ ਉਦਾਹਰਣੀ ਸ਼ਬਦ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਜਾਵੇਗੀ। ਜਿਵੇਂ ਉਦਾਹਰਨ ਦਿੱਤੀ ਗਈ ਹੈ ਕਿ ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਵਾਂ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਨਾਂਵ ਆਖਿਆ ਜਾਂਦਾ ਹੈ। ਤਾਂ ਇਸ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਉਦਾਹਰਨ ਤੋਂ ਪਹਿਲਾਂ ਬਿੰਦੀ ਕਾਮੇ ਦੀ ਵਰਤੋਂ ਕਰਾਂਗੇ। ਜਿਵੇਂ ਦਲਜੀਤ ਸਿੰਘ, ਮੇਜ਼, ਕੁੱਕੜ ਤੇ ਹੁਸ਼ਿਆਰਪੁਰ। ਇਸ ਤੋਂ ਅਗਲਾ ਨਿਯਮ, ਜਦੋਂ ਕਿਸੇ ਵਾਕ ਵਿੱਚ ਅਜਿਹੇ ਉਪਵਾਕ ਹੋਣ ਜਿਹੜੇ ਹੋਣ ਵੀ ਪੂਰੇ ਪਰ ਇੱਕ ਦੂਜੇ ਨਾਲ ਸੰਬੰਧਿਤ ਹੋਣ, ਭਾਵ ਕੋਈ ਵਾਕ ਅਜਿਹਾ ਹੈ ਜਿਹਦੇ ਵਿੱਚ ਉਪਵਾਕ ਇਹੋ ਜਿਹੇ ਹੋਣ ਜਿਹੜੇ ਇੱਕ ਦੂਜੇ ਤੋਂ ਬਿਨਾਂ ਵੀ ਪੂਰੇ ਨੇ, ਪਰੰਤੂ ਉਹ ਇੱਕ ਦੂਜੇ ਦੇ ਨਾਲ ਸੰਬੰਧਿਤ ਨੇ, ਉਹਨਾਂ ਤੋਂ ਬਿਨਾਂ ਜਾਣਕਾਰੀ ਹੈ ਜਿਹੜੀ ਉਹ ਪੂਰੀ ਨਹੀਂ ਹੋ ਸਕਦੀ। ਤਾਂ ਉਹਨਾਂ ਨੂੰ ਇੱਕ ਦੂਜੇ ਤੋਂ ਵੱਖਰੇ ਕਰਨ ਦੇ ਲਈ ਆਪਾਂ ਬਿੰਦੀ ਕਾਮੇ ਦੀ ਵਰਤੋਂ ਕਰਦੇ ਹਾਂ। ਉਦਾਹਰਨ ਤੋਂ ਜ਼ਿਆਦਾ ਸਪਸ਼ਟ ਹੁੰਦੇ ਹਾਂ, ਜਿਵੇਂ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਮਿਹਨਤ ਕਰੋ। ਤਾਂ ਇਹ ਇੱਕ ਉਪਵਾਕ ਹੈ, ਪਰੰਤੂ ਅਜੇ ਵਾਕ ਪੂਰਾ ਨਹੀਂ ਹੋਇਆ। ਮਿਹਨਤ ਕਰਨ ਨਾਲ ਖੁਸ਼ੀ ਮਿਲਦੀ ਹੈ, ਖੁਸ਼ੀ ਸਫਲਤਾ ਦੀ ਨਿਸ਼ਾਨੀ ਹੈ। ਤਾਂ ਇਹ ਤਿੰਨੋਂ ਹੀ ਜਿਹੜੇ ਉਪਵਾਕ ਨੇ ਇੱਕ ਦੂਜੇ ਦੇ ਨਾਲ ਸੰਬੰਧਿਤ ਨੇ। ਕਿਵੇਂ ਕਿ ਖੁਸ਼ੀ ਸਫਲਤਾ ਦੀ ਨਿਸ਼ਾਨੀ ਹੈ, ਭਾਵ ਸਫਲਤਾ ਤੋਂ ਕੀ ਮਿਲਦੀ ਹੈ? ਖੁਸ਼ੀ। ਤੇ ਖੁਸ਼ੀ ਕਿੱਥੋਂ ਆਉਗੀ? ਮਿਹਨਤ ਕਰਨ ਨਾਲ। ਤੇ ਮਿਹਨਤ ਕਿਉਂ ਕਰਨੀ ਹੈ? ਆਪਾਂ ਕਾਮਯਾਬੀ ਹਾਸਲ ਕਰਨ ਦੇ ਲਈ ਆਪਾਂ ਮਿਹਨਤ ਕਰਨੀ ਹੈ। ਇਹੋ ਜਿਹੇ ਉਪਵਾਕ ਹੋਣ ਜਿਹੜੇ ਪੂਰੇ ਵੀ ਨੇ, ਜੇਕਰ ਅਲੱਗ ਤਰੀਕੇ ਨਾਲ ਵੀ ਇਹਨਾਂ ਨੂੰ ਤੁਸੀਂ ਬੋਲੋਗੇ ਤਾਂ ਇਹ ਪੂਰਾ ਅਰਥ ਆਪਾਂ ਨੂੰ ਸਮਝਾ ਰਹੇ ਹੈ, ਪਰ ਇੱਕ ਦੂਜੇ ਦੇ ਨਾਲ ਸੰਬੰਧਿਤ ਨੇ, ਤਾਂ ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਨ ਦੇ ਲਈ ਆਪਾਂ ਬਿੰਦੀ ਕਾਮੇ ਦੀ ਵਰਤੋਂ ਕਰਾਂਗੇ। ਇਸ ਤੋਂ ਬਾਅਦ ਗੱਲ ਕਰਦੇ ਹਾਂ 6ਵੇਂ ਤੇ ਅੱਜ ਦੀ ਵੀਡੀਓ ਦੇ ਆਖਰੀ ਵਿਸ਼ਰਾਮ ਚਿੰਨ੍ਹ ਦੀ, ਦੁਬਿੰਦੀ। ਦੁਬਿੰਦੀ ਕੀ ਹੈ ਤੇ ਇਸ ਦੀ ਵਰਤੋਂ ਕੀ ਕੀਤੀ ਜਾਂਦੀ ਹੈ? ਦੁਬਿੰਦੀ ਭਾਵ ਜਦੋਂ ਦੋ ਬਿੰਦੀਆਂ ਇਸ ਤਰੀਕੇ ਦੇ ਨਾਲ ਲਗਾਈਆਂ ਹੋਣਗੀਆਂ ਤਾਂ ਕਦੋਂ ਲਗਾਈਆਂ ਜਾਂਦੀਆਂ ਨੇ? ਜਦੋਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ। ਜਦੋਂ ਵੀ ਆਪਾਂ ਨੇ ਪੂਰਾ ਸ਼ਬਦ ਨਹੀਂ ਲਿਖਣਾ, ਉਸਨੂੰ ਸੰਖੇਪ ਰੂਪ ਦੇ ਵਿੱਚ ਲਿਖਣਾ ਹੈ, ਤਾਂ ਉਦੋਂ ਆਪਾਂ ਬਿੰਦੀਆਂ ਲਾਉਂਦੇ ਹਾਂ। ਜਿਵੇਂ ਸਰਦਾਰ ਨੂੰ ਆਪਾਂ ਜਦੋਂ ਅਧੂਰਾ ਲਿਖਣਾ ਹੋਵੇ, ਸੰਖੇਪ ਲਿਖਣਾ ਹੋਵੇ, ਤਾਂ ਸੱਸਾ ਪਾ ਕੇ ਦੋ ਬਿੰਦੀਆਂ ਨਾਲ ਲਗਾਈਆਂ ਜਾਂਦੀਆਂ ਨੇ। ਪ੍ਰੋਫੈਸਰ ਦੇ ਨਾਲ ਪ੍ਰੋ ਪਾ ਕੇ ਦੋ ਬਿੰਦੀਆਂ, ਤੇ ਇਸੇ ਤਰੀਕੇ ਦੇ ਨਾਲ ਡਾਕਟਰ ਦੇ ਨਾਲ ਡੱਡੇ ਨੂੰ ਕੰਨਾ ਪਾ ਕੇ ਦੋ ਬਿੰਦੀਆਂ। ਦੂਸਰਾ ਨਿਯਮ ਕੀ ਹੈ? ਜਦੋਂ ਕਿਸੇ ਵਾਕ ਦੇ ਵਿੱਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਆਪਣੇ ਆਪ ਵਿੱਚ ਅਰਥਾਂ ਵਿੱਚ ਪੂਰਾ ਹੋਵੇ ਅਤੇ ਜਿਹੜਾ ਦੂਜਾ ਹਿੱਸਾ ਹੈ ਉਹ ਪਹਿਲੇ ਦੀ ਵਿਆਖਿਆ ਕਰੇ। ਭਾਵ ਜਦੋਂ ਵਾਕ ਦੇ ਉਸੇ ਤਰੀਕੇ ਦੇ ਨਾਲ ਦੋ ਉਪਵਾਕ ਨੇ, ਦੋ ਹਿੱਸੇ ਨੇ, ਪਹਿਲਾ ਜਿਹੜਾ ਹਿੱਸਾ ਹੋਏਗਾ ਉਹ ਆਪਣੇ ਆਪ ਦੇ ਵਿੱਚ ਅਰਥਾਂ ਦੇ ਵਿੱਚ ਪੂਰਾ ਹੈ, ਪਰੰਤੂ ਜਿਹੜਾ ਦੂਜਾ ਹਿੱਸਾ ਹੈ ਉਹ ਪਹਿਲੇ ਹਿੱਸੇ ਦੀ ਵਿਆਖਿਆ ਕਰ ਰਿਹਾ ਹੋਵੇ, ਤਾਂ ਉਹਨਾਂ ਦੋਨਾਂ ਨੂੰ ਨਿਖੇੜਨ ਦੇ ਲਈ, ਅਲੱਗ ਕਰਨ ਦੇ ਲਈ ਪਹਿਲੇ ਹਿੱਸੇ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਦੁਬਿੰਦੀ ਲਗਾਈ ਜਾਂਦੀ ਹੈ। ਜਿਵੇਂ ਉਦਾਹਰਨ ਦੇ ਵਿੱਚ ਆਪਾਂ ਨੂੰ ਸਪਸ਼ਟ ਕੀਤਾ ਹੋਇਆ ਹੈ, ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ। ਇਹ ਪੂਰਾ ਵਾਕ ਹੈ, ਪੂਰਾ ਉਪਵਾਕ ਹੈ ਤੇ ਆਪਣੇ ਆਪ ਦੇ ਅਰਥਾਂ ਦੇ ਵਿੱਚ ਪੂਰਾ ਹੈ, ਪਰੰਤੂ ਜਿਹੜਾ ਦੂਸਰਾ ਉਪਵਾਕ ਹੈ, ਧੁੰਦ ਮਿਟ ਗਈ ਅਤੇ ਜੱਗ ਵਿੱਚ ਚਾਨਣ ਦਾ ਪਸਾਰਾ ਹੋ ਗਿਆ, ਇਹ ਵਾਲਾ ਉਪਵਾਕ ਹੈ ਜਿਹੜਾ ਉਹ ਪਹਿਲੇ ਉਪਵਾਕ ਦੀ ਵਿਆਖਿਆ ਕਰ ਰਿਹਾ ਹੈ, ਉਸ ਨੂੰ ਵਿਸਥਾਰ ਦੇ ਵਿੱਚ ਸਮਝਾ ਰਿਹਾ ਹੈ। ਜੇਕਰ ਤੁਹਾਨੂੰ ਇਹ ਵਾਲਾ ਵਾਕ ਬਿਨਾਂ
ਵਿਸ਼ਰਾਮ ਚਿੰਨ੍ਹਾਂ ਤੋਂ ਆਉਂਦਾ ਹੈ ਤਾਂ ਤੁਸੀਂ ਕੀ ਕਰਨਾ ਹੈ, ਸਮਝ ਜਾਣਾ ਹੈ ਕਿ ਪਹਿਲਾ ਜਿਹੜਾ ਉਪਵਾਕ ਹੈ ਉਹ ਪੂਰਾ ਹੈ ਤੇ ਦੂਸਰਾ ਉਪਵਾਕ ਹੈ ਜਿਹੜਾ ਉਹ ਪਹਿਲੇ ਉਪਵਾਕ ਦੀ ਸੰਪੂਰਨ ਵਿਆਖਿਆ ਕਰ ਰਿਹਾ ਹੈ। ਤਾਂ ਇਹਦੇ ਵਿੱਚ ਤੁਸੀਂ ਕੀ ਕਰੋਗੇ, ਦੋਬਿੰਦੀ ਦੀ ਵਰਤੋਂ ਕਰੋਗੇ ਪਹਿਲੇ ਉਪਵਾਕ ਦੇ ਖਤਮ ਹੋਣ ਤੋਂ ਬਾਅਦ। ਤਾਂ ਦੂਸਰਾ ਨਿਯਮ ਕੀ ਹੈ, ਜਦੋਂ ਕਿਸੇ ਦੇ ਕਹੇ ਹੋਏ ਸ਼ਬਦ ਜਾਂ ਵਿਚਾਰ ਨੂੰ ਇੰਨ ਬਿੰਨ ਲਿਖਣਾ ਹੋਵੇ, ਭਾਵ ਜਦੋਂ ਕਿਸੇ ਨੇ ਕੋਈ ਵੀ ਸ਼ਬਦ ਬੋਲਿਆ ਜਾਂ ਉਹਦੇ ਵਿਚਾਰ ਆਪਾਂ ਉਸੇ ਤਰੀਕੇ ਦੇ ਨਾਲ ਲਿਖਣੇ ਨੇ, ਤਾਂ ਉਹਨਾਂ ਵਿਚਾਰਾਂ ਨੂੰ ਸ਼ੁਰੂ ਕਰਨ ਤੋਂ ਤੁਰੰਤ ਪਹਿਲਾਂ ਆਪਾਂ ਦੋਬਿੰਦੀ ਦੀ ਵਰਤੋਂ ਕਰਦੇ ਹਾਂ। ਜਿਵੇਂ ਬਾਰਿਸ਼ਾਂ ਨੇ ਪਤੇ ਦੀ ਗੱਲ ਆਖੀ ਹੈ, ਭਾਵ ਇਹ ਗੱਲ ਉਹਨੇ ਪਹਿਲਾਂ ਆਖੀ ਹੈ, ਤਾਂ ਉਸ ਤੋਂ ਪਹਿਲਾਂ ਆਪਾਂ ਦੋਬਿੰਦੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਾਂਗੇ ਤੇ ਉਸ ਤੋਂ ਜੋ ਉਸਨੇ ਗੱਲ ਆਖੀ ਹੈ ਉਸ ਨੂੰ ਪੁੱਠੇ ਕਾਮਿਆਂ ਦੇ ਵਿੱਚ ਬੰਦ ਕਰਾਂਗੇ। ਜਿਵੇਂ ਬਾਰਿਸ਼ਾਂ ਆਦਤਾਂ ਜਾਂਦੀਆਂ ਨੇ, ਅਲਪ ਵਿਸ਼ਰਾਮ ਕਾਮਾ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਪੂਰਨ ਵਿਸ਼ਰਾਮ ਡੰਡੀ, ਤੇ ਉਸ ਦੀ ਕਹੀ ਗੱਲ ਨੂੰ ਆਪਾਂ ਪੁੱਠੇ ਕਾਮਿਆਂ ਦੇ ਵਿੱਚ ਬੰਦ ਕਰਾਂਗੇ। ਤਾਂ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਪਹਿਲੇ 6 ਵਿਸ਼ਰਾਮ ਚਿੰਨ੍ਹਾਂ ਦੀ ਗੱਲ ਕੀਤੀ ਹੈ। ਤੁਹਾਨੂੰ ਸਮਝ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਜੇਕਰ ਕੁਝ ਨਹੀਂ ਸਮਝ ਆਇਆ, ਕੋਈ ਸੁਝਾਅ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਦੂਸਰੀ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।